ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। थैंक यू ਜੀ ਡਾਕਟਰ ਸਾਹਿਬ ਅੱਜ 12 ਨਵੰਬਰ 2013 27 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇਜ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਤਿਲਬਰਗ ਹਾਲੈਂਡ ਤੋਂ ਵੀਰ ਰਿਆਜ਼ ਕੁਮਨ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੰਬਰ ਦਾ ਮਹੀਨਾ ਨਾ ਸਿਰਫ ਸਿੱਖ ਕੌਮ ਲਈ ਬਲਕਿ तमाम ਦੁਨੀਆ ਦੇ ਇਨਸਾਨਾਂ ਲਈ ਬਹੁਤ ਦੁੱਖ ਤੇ ਅਫਸੋਸ ਦਾ ਪੈਗਾਮ ਲੈ ਕੇ ਆਉਂਦਾ ਹੈ ਕਿਉਂਕਿ 1 ਤੋਂ 4 ਨਵੰਬਰ ਤੱਕ ਸਾਰੀ ਦੁਨੀਆ ਨੇ ਇਨਸਾਨੀਅਤ ਉੱਤੇ ਉਹ ਜ਼ੁਲਮ ਹੁੰਦਾ ਵੇਖਿਆ ਜੋ ਕਿਸੇ ਮਜ਼ਹਬ, ਕੌਮ ਅਤੇ ਮੁਆਸ਼ਰੇ ਦਾ ਇਨਸਾਨ ਤਸੱਵਰ ਵੀ ਨਹੀਂ ਕਰ ਸਕਦਾ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਇੰਡੀਆ ਵਿੱਚ ਔਰ ਖਾਸਕਰ ਰਾਜਧਾਨੀ ਦਿੱਲੀ ਵਿੱਚ ਬੇਗੁਨਾਹ ਤੇ ਮਾਸੂਮ ਸਿੱਖ ਮਰਦ, ਬੀਬੀਆਂ, ਬਜ਼ੁਰਗ ਤੇ ਬੱਚਿਆਂ ਦੇ ਖੂਨ ਦੀ ਹੋਲੀ ਖੇਡੀ ਗਈ। ਘਰਾਂ, ਗੱਡੀਆਂ, ਬੱਸਾਂ ਤੇ ਕਾਰਾਂ ਚੋਂ ਸਿੱਖਾਂ ਨੂੰ ਕੱਢ ਕੇ ਮਾਰਿਆ ਔਰ ਜਿਉਂਦਿਆਂ ਨੂੰ ਸਾੜਿਆ ਗਿਆ। ਫੌਜ ਦੀ ਵਰਦੀ ਵਿੱਚ ਸਿੱਖ ਅਫਸਰਾਂ ਤੇ ਹੋਰ ਰੈਂਕ ਵਾਲੇ ਜਵਾਨਾਂ ਨੂੰ ਜੋ ਇਸ ਮੁਲਕ ਦੀ ਰੱਖਿਆ ਕਰਨ ਵਾਲੇ ਸਨ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਅਤੇ ਸਿੱਖ ਬੀਬੀਆਂ ਦੀ ਪੱਤ ਨੂੰ ਹੱਥ ਪਾਇਆ ਗਿਆ। ਇਤਿਹਾਸ 'ਚ ਇਹੋ ਜਿਹੇ ਜ਼ੁਲਮ ਦੀ ਮਿਸਾਲ ਮਿਲਣੀ ਬੜੀ ਔਖੀ ਹੈ। ਨਵੰਬਰ 84 ਦੀ ਨਸਲਕੁਸ਼ੀ ਦਾ ਸਹੀ ਅੰਦਾਜ਼ਾ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਜਿਸ ਪੈਮਾਨੇ ਉੱਤੇ ਅਤੇ ਜਿਸ ਤਰ੍ਹਾਂ ਇਹ ਕੀਤਾ ਗਿਆ ਔਰ ਫਿਰ ਇਹਦੇ ਉੱਤੇ ਪਰਦਾ ਪਾਇਆ ਗਿਆ ਉਹ ਇੰਨਾ ਜ਼ਿਆਦਾ ਹੈ ਕਿ ਕੋਈ ਇਨਸਾਨ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। ਅੱਜ ਦੀ ਸੱਭਿਅਕ ਦੁਨੀਆ ਨੂੰ ਜਦੋਂ ਤੁਸੀਂ ਇਸ ਸਿੱਖ ਨਸਲਕੁਸ਼ੀ ਦੀ ਹਕੀਕਤ ਦੱਸਦੇ ਹੋ ਤਾਂ ਉਹਨਾਂ ਦੀਆਂ ਅੱਖਾਂ ਔਰ ਮੂੰਹ ਉੱਤੇ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਕੀ ਇਹ ਨਸਲਕੁਸ਼ੀ ਕਰਨ ਵਾਲੇ ਕਾਤਲਾਂ ਨੇ ਕਦੀ ਇਨਸਾਨੀਅਤ ਦਾ ਨਾਂ ਸੁਣਿਆ ਵੀ ਹੈ? ਕਦੇ ਇਹ ਜ਼ਾਲਮ ਇਨਸਾਨੀਅਤ ਦੇ ਨੇੜੇ ਹੋ ਕੇ ਲੰਘੇ ਵੀ ਨੇ? ਯਕੀਨਨ ਨਹੀਂ। ਇਸ ਨਸਲਕੁਸ਼ੀ ਨੂੰ ਵੇਖ ਕੇ ਕੋਈ ਸ਼ੰਕਾ ਵਾਲੀ ਗੱਲ ਨਹੀਂ ਰਹਿ ਜਾਂਦੀ ਕਿ ਹਿੰਦੁਸਤਾਨ ਦੀ ਹਕੂਮਤ ਅਤੇ ਉਸਦੇ ਹਿੰਦੂਤਵੀ ਅਨਸਰਾਂ ਨੇ ਮੁਗਲਾਂ, ਅਬਦਾਲੀ ਅਤੇ ਅੰਗਰੇਜ਼ਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਇਨਸਾਫ ਦੇ ਸਵਾਲ ਤੇ 29 ਸਾਲ ਤੱਕ ਖਾਮੋਸ਼ੀ ਇਹਨਾਂ ਦੇ ਜ਼ੁਲਮਾਂ ਅਤੇ ਜ਼ਾਲਮ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ। ਇਹ ਜ਼ੁਲਮ ਅਤੇ ਇਸ ਦੇ ਜ਼ਖਮ ਐਸੇ ਨੇ ਜੋ ਸ਼ਾਇਦ ਹੀ ਕਦੀ ਵਕਤ ਵੀ ਭਰ ਸਕੇ ਕਿਉਂਕਿ ਜੋ ਜ਼ਖਮ ਇਨਸਾਨ ਦੀ ਰੂਹ ਨੂੰ ਲਗਾਏ ਜਾਣ ਉਹ ਜਿਉਂਦਿਆਂ ਤਾਂ ਕਦੇ ਭਰੇ ਨਹੀਂ, ਮਰਨ ਤੋਂ ਬਾਅਦ ਤਾਂ ਪਤਾ ਨਹੀਂ। ਟੀਵੀ 84 ਦਾ ਸੱਚ ਦਾ ਪਲੇਟਫਾਰਮ, 6 ਫॉर ਜਸਟਿਸ ਦੀ ਕਾਨੂੰਨੀ ਜੰਗ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੀ ਇਮਾਨਦਾਰੀ ਤੇ ਸੱਚੀ ਹਮਾਇਤ ਮੁਬਾਰਕ ਦੀ ਹੱਕਦਾਰ ਹੈ। ਨਵੰਬਰ 84 ਦੇ ਸਾਰੇ ਸ਼ਹੀਦਾਂ, ਮਜ਼ਲੂਮਾਂ ਤੇ ਉਹਨਾਂ ਦੇ ਬਚ ਜਾਣ ਵਾਲੇ ਵੀਰਾਂ ਭੈਣਾਂ ਲਈ ਇਹ ਪੈਗਾਮ ਹੈ ਕਿ ਦਿਲ ਵਿੱਚ ਗੁੱਸੇ ਤੇ ਦੁੱਖ ਨਾਲ ਬਲਦੇ ਭਾਂਬੜ ਅਤੇ ਅੱਖਾਂ 'ਚ ਤੁਹਾਡੀ ਪੀੜ ਨੂੰ ਯਾਦ ਕਰਕੇ ਇਹ ਹੋਏ ਕਿ ਉਹ ਨਵੰਬਰ 84 ਨੂੰ ਹਮੇਸ਼ਾ ਯਾਦ ਰੱਖਣ ਅਤੇ ਤੁਹਾਡਾ ਇਨਸਾਫ ਲੈਣ ਲਈ ਸਫ਼ਰ ਅਤੇ ਸਾਰਾ ਸੰਘਰਸ਼ ਉਮੀਦ ਤੇ ਨਹੀਂ ਬਲਕਿ ਯਕੀਨ ਉੱਤੇ ਹੋਵੇ ਕਿ ਅਸੀਂ ਇਹਦੇ 'ਚ ਜ਼ਰੂਰ ਕਾਮਯਾਬ ਹੋਵਾਂਗੇ। ਵਾਹਿਗੁਰੂ ਸਾਡੇ ਸਭ ਉੱਤੇ ਆਪਣੀ ਮਿਹਰ ਕਰਨ ਔਰ ਹਿੰਮਤ ਬਖਸ਼ਣ ਕਿ ਸਾਰੀ ਸਿੱਖ ਕੌਮ ਆਪਣੇ ਪਿਆਰਿਆਂ ਅੱਗੇ ਸੁਰਖਰੂ ਹੋ ਸਕੇ ਔਰ ਆਪਣਾ ਆਜ਼ਾਦ ਘਰ ਖਾਲਿਸਤਾਨ ਬਣਾ ਕੇ ਨਸਲ ਖੁਸ਼ੀਆਂ ਦਾ ਖਾਤਮਾ ਕਰ ਸਕੇ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਤਿਲਬਰਗ ਹਾਲੈਂਡ ਤੋਂ ਲਿਖੇ। ਉਹਨਾਂ ਦੀ ਇਹ ਈਮੇਲ ਆਇਆ ਵੀ ਲਗਭਗ 2 ਹਫ਼ਤੇ ਬੀਤ ਚੁੱਕੇ ਨੇ ਲੇਕਿਨ ਅਸੀਂ ਇਸ ਨੂੰ ਨਵੰਬਰ ਦੇ ਵਿੱਚ ਹੀ ਪੜ੍ਹ ਰਹੇ ਹਾਂ ਜੀ। ਉਹਨਾਂ ਦੀ ਲਿਖਤ ਦੇ ਵਿੱਚ ਇੰਨੀ ਪੀੜ ਹੈ, ਦਰਦ ਹੈ, ਫਿਰ ਹੋਪ ਹੈ, ਹੋਪ ਹੀ ਨਹੀਂ ਵਿਸ਼ਵਾਸ ਹੈ ਜਿਸ ਨਾਲ ਉਹਨਾਂ ਨੇ ਆਪਣੀ ਈਮੇਲ ਕਨਕਲੂਡ ਕੀਤੀ ਜੀ। ਸੋ ਮੈਂ ਇਹਨੂੰ ਪੂਰਾ ਵਕਤ ਦੇਣਾ ਚਾਹੁੰਦਾ ਸੀ ਤੇ ਕਾਹਲੀ ਦੇ ਵਿੱਚ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਇਹ ਡਿਲੇ ਹੁੰਦੀ ਚਲੀ ਗਈ ਜੀ। ਉਹਨਾਂ ਨੇ ਨਵੰਬਰ 84 ਦੀ ਪੀੜ ਨੂੰ ਸ਼ਾਇਦ ਜਿਸ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ, ਸਮਝਿਆ, ਬਿਆਨਿਆ, ਉਸ ਨੂੰ ਸ਼ਾਇਦ ਸਾਡੇ ਆਪਣੇ ਵੀ ਬਹੁਤ ਸਾਰੇ ਵੀਰ ਭੈਣਾਂ ਨਾ ਸਮਝਦੇ ਹੋਣ, ਨਾ ਉਸ ਦੀ ਉਹਨਾਂ ਨੂੰ ਫੀਲਿੰਗ ਹੋਏ, ਅਹਿਸਾਸ ਹੋਏ ਤੇ ਬਿਆਨ ਕਰਨਾ ਤਾਂ ਬਹੁਤ ਥੋੜ੍ਹਿਆਂ ਦੇ ਹਿੱਸੇ ਆਇਆ ਜੀ। ਸੋ ਮੈਂ ਸਮਝਦਾ ਵੀ ਇਹ ਵੀਰ ਵੀ ਸਾਡੇ ਉਸ ਕਾਫਲੇ ਦੇ ਹੀ ਸਾਥੀ ਨੇ ਜਿਸ ਨੂੰ ਅਸੀਂ ਆਪਣਾ ਕਹਿੰਦੇ ਔਰ ਜਿਹੜੇ ਇਸ 28-29 ਸਾਲ ਬਾਅਦ ਅੱਜ ਇੱਥੇ ਆ ਕੇ ਅਸੀਂ ਖੜ੍ਹੇ ਹਾਂ
ਜਦੋਂ ਕਿ ਇੱਕ ਹਿੱਸਾ ਇਨਸਾਫ ਦੀ ਮੰਗ ਕਰ ਰਿਹਾ ਹੈ, ਇੱਕ ਵੱਡਾ ਹਿੱਸਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਔਰ ਉਸ ਨਸਲ ਦੇ ਲੋਕ ਜਿਨ੍ਹਾਂ ਨੇ ਇੰਨਾ ਲੰਬਾ ਵਕਤ ਭੁਲਾਉਣ ਦੇ ਲਈ ਸਿੱਖਾਂ ਨੂੰ ਜਿਹੜਾ ਹੈ ਉਹ ਜਸਟਿਸ ਡਿਨਾਈ ਕੀਤਾ ਹੈ ਜੀ, ਉਹ ਵੀ ਅਲਟੀਮੇਟਲੀ ਇੱਕ ਵੱਡਾ ਹਿੱਸਾ ਉਹਨਾਂ ਦੇ ਭਰਮ ਜਾਲ ਦੇ ਵਿੱਚ ਫਸਿਆ ਹੋਇਆ ਹੈ। ਇੱਕ ਹਿੱਸਾ ਖੁਦਗਰਜ਼ੀ ਔਰ ਮਟੀਰੀਅਲਿਜ਼ਮ ਦੀ ਦੌੜ ਦੇ ਵਿੱਚ ਹੈ। ਉਹਨਾਂ ਦੇ ਲਈ ਅੱਜ ਕੀ ਹੋ ਰਿਹਾ ਉਹਨਾਂ ਦੇ ਵੀ ਉਹਨਾਂ ਨੂੰ ਯਾਦ ਜਾਂ ਫਿਕਰ ਨਹੀਂ ਹੈ 29 ਸਾਲ ਪਹਿਲਾਂ ਨਾਲ ਤਾਂ ਉਹਨਾਂ ਦਾ ਕੀ ਲਗਾਵ ਹੈ ਜੀ। ਪਰ ਮੈਂ ਸਮਝਦਾ ਵੀ ਇਸ ਕਿਸਮ ਦੇ ਵੀਰ ਸਾਡਾ ਉਹ ਅਨਮੋਲ ਸਰਮਾਇਆ ਨੇ, ਸਾਡੇ ਸਾਥੀ ਨੇ ਜਿਨ੍ਹਾਂ ਨੇ ਉਹਨਾਂ ਪੀੜਾਂ ਨੂੰ ਵੀ ਯਾਦ ਰੱਖਿਆ, ਉਹਨਾਂ ਪਿਆਰਿਆਂ ਨੂੰ ਵੀ ਯਾਦ ਰੱਖਿਆ ਜਿਨ੍ਹਾਂ ਦੇ ਸਾਹਮਣੇ ਜਾ ਕੇ ਅਸੀਂ ਸੁਰਖਰੂ ਹੋਣਾ, ਜਿਨ੍ਹਾਂ ਨੂੰ ਅਸੀਂ ਮੂੰਹ ਦਿਖਾਣਾ। ਔਰ ਅਲਟੀਮੇਟਲੀ ਇਹਨਾਂ ਨੇ ਉਸ ਸਭ ਦੀ ਜਿਸਟ ਨੂੰ ਵੀ, ਉਸ ਦੇ ਤੱਤ ਨੂੰ ਵੀ ਜਿਹੜਾ ਉਹ ਸਮਝਿਆ ਔਰ ਪਛਾਣਿਆ ਕਿ ਕਿਵੇਂ ਨਸਲਕੁਸ਼ੀਆਂ ਖਤਮ ਹੋ ਸਕਦੀਆਂ ਨੇ ਔਰ ਕਿਵੇਂ ਅਸੀਂ ਉਹ ਸਮਾਜ, ਉਹ ਘਰ, ਆਪਣਾ ਮੁਲਕ ਖਾਲਿਸਤਾਨ ਸਿਰਜ ਸਕਦੇ ਹਾਂ ਜਿਸ ਮੁਲਕ ਦੇ ਨਾਲ ਹੀ ਇਹ ਨਸਲਕੁਸ਼ੀਆਂ ਦਾ ਅੰਤ ਹੋ ਸਕਦਾ ਜੀ। ਸੋ ਉਹਨਾਂ ਦੀ ਸ਼ੁਰੂਆਤ ਲਿਖਤ ਦੀ ਜਿਹੜੀ ਹੈ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 1 ਤੋਂ 4 ਨਵੰਬਰ ਤੱਕ ਇਹ ਜ਼ੁਲਮਾਂ ਦੀ ਕਹਾਣੀ ਹੈ ਜਿੱਥੇ ਬੇਗੁਨਾਹ ਮਰਦ, ਬੱਚੇ, ਔਰਤਾਂ ਮਾਰੇ ਜਾ ਰਹੇ ਨੇ। ਉੱਥੇ ਈਵਨ ਯੂਨੀਫਾਰਮ ਦੇ ਵਿੱਚ ਸਿੱਖ ਫੌਜੀ ਜਿਨ੍ਹਾਂ ਦੇ ਵਿੱਚ ਅਫਸਰ ਰੈਂਕ ਵੀ ਹੈ, ਅਦਰ ਰੈਂਕਸ ਦੇ ਫੌਜੀ ਵੀ ਨੇ ਜੀ। ਔਰ ਪਿਛਲੇ ਕੁਝ ਸਮੇਂ ਪਹਿਲਾਂ ਹੀ ਸਿੱਖਸ ਫॉर ਜਸਟਿਸ ਨੇ ਦਿੱਲੀ ਦੇ ਇੱਕ ਰੇਲਵੇ ਸਟੇਸ਼ਨ ਦੇ ਨੇੜੇ ਹੀ ਕਿੰਨੇ ਅਫਸਰ ਔਰ ਜਵਾਨ ਮਾਰੇ ਗਏ, ਸ਼ਾਇਦ 35 ਜਾਂ 40 ਦੇ ਕਰੀਬ ਉਹਨਾਂ ਦੀ ਲਿਸਟ, ਨਗੋਲੀ ਸਟੇਸ਼ਨ ਹੈ ਰੇਲਵੇ ਦਾ ਜੀ। ਉਸ ਤੇ ਬੇਸਡ ਉਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਫਾਈਲ ਕੀਤੀ ਸੀ, ਪ੍ਰੈਸ ਕਾਨਫਰੰਸ ਵੀ ਕੀਤੀ ਔਰ ਉਦੋਂ ਡਿਫੈਂਸ ਮਿਨਿਸਟਰੀ ਨੇ ਬਿਆਨ ਦਿੱਤਾ ਸੀ ਕਿ ਜੀ ਅਸੀਂ ਇਸ ਦੀ ਪੜਤਾਲ ਕਰਵਾ ਰਹੇ ਹਾਂ। ਲੇਕਿਨ ਸ਼ਾਇਦ ਇਸ ਗੱਲ ਨੂੰ ਵੀ ਸਾਲ 1.5 ਸਾਲ ਬੀਤ ਚੁੱਕਾ ਹੈ, ਇਸ ਦੇ ਉੱਤੇ ਕੋਈ ਫੋਲੋਅਪ ਕਾਰਵਾਈ ਨਹੀਂ ਹੈ ਜੀ। ਔਰ ਇੱਕ ਨੰਗੋਲੀ ਸਟੇਸ਼ਨ ਤੇ ਇਹ ਹੋਇਆ ਤੇ ਜਦੋਂ ਭਾਰਤ ਦੀ ਫੌਜ ਵਿੱਚ ਇੱਕ ਅੰਦਾਜ਼ੇ ਮੁਤਾਬਕ ਔਰ ਇਹ ਵੈਸਟਰਨ ਕਮਾਂਡ ਦੇ ਉਦੋਂ ਦੇ ਲੈਫਟੀਨੈਂਟ ਜਨਰਲ ਸਿਨਹਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ 90,000 ਦੇ ਕਰੀਬ ਸਿੱਖ ਫੌਜੀ ਭਾਰਤੀ ਫੌਜ ਨੇ ਜੀ। ਤੇ ਜੇ ਉਸ ਦੌਰ ਦੇ ਵਿੱਚ ਜੇ 90,000 ਚੋਂ, ਕਿਉਂਕਿ ਫੌਜੀਆਂ ਦੀਆਂ ਪੋਸਟਿੰਗਸ ਹੁੰਦੀਆਂ ਰਹਿੰਦੀਆਂ, ਇੱਕ ਥਾਂ ਤੋਂ ਦੂਸਰੀ ਥਾਂ ਛੁੱਟੀ ਆਉਂਦੇ ਨੇ ਜਾਂਦੇ ਨੇ, ਸੋ ਕਿੰਨੀ ਵੱਡੀ ਗਿਣਤੀ 'ਚ ਸਿੱਖ ਫੌਜੀ ਜਾਂ ਅਫਸਰ ਮਾਰੇ ਗਏ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਨ੍ਹਾਂ ਨੂੰ ਪੈਨਸ਼ਨ ਦੇਣੀ ਆ ਉਹਨਾਂ ਨੇ ਉਹਨਾਂ ਦਾ ਸਪੌਟ ਦਿਖਾਣ ਕਿ ਕਿੱਥੇ ਮਰੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਤਾਂ ਕਿਸੇ ਦੀਆਂ ਡੈੱਡ ਬਾਡੀਜ਼ ਵੀ ਘਰ 'ਚ ਨਹੀਂ ਦਿੱਤੀਆਂ ਗਈਆਂ, ਉਹਨਾਂ ਨੂੰ ਪਤਾ ਨਹੀਂ ਕਿਹੜੀ ਡੈਥ ਸ਼ੋ ਕੀਤਾ ਹੋਏਗਾ ਕਾਗਜ਼ਾਂ 'ਚ, ਪੈਨਸ਼ਨ ਦੇ ਦਿੱਤੀ ਹੋਏਗੀ ਘਰਦਿਆਂ ਨੂੰ। ਲੇਕਿਨ ਕਿ ਇਹ ਫੈਕਟ ਕਦੇ ਸਾਹਮਣੇ ਨਾ ਆਉਣ, ਅਸੀਂ ਸਮਝਦੇ ਸੀ ਕਿ ਪਟੀਸ਼ਨ ਸਾਹਮਣੇ ਆਉਣ ਤੋਂ ਬਾਅਦ ਕੋਈ ਵੱਡੀ ਜਿਹੜੀ ਹੈ ਇਨਕੁਆਇਰੀ ਹੋਏਗੀ ਔਰ ਇਹ ਤੱਥ ਸਾਹਮਣੇ ਆਉਣਗੇ ਕਿ ਨਵੰਬਰ 84 ਦੇ ਵਿੱਚ ਕਿੰਨੇ ਸਿੱਖ ਫੌਜੀ ਅਫਸਰ ਔਰ ਜਵਾਨ, ਬਹੁਤ ਸਾਰੇ ਉਹਨਾਂ 'ਚੋਂ ਯੂਨੀਫਾਰਮ ਦੇ ਵਿੱਚ ਜਿਹੜੇ ਉਹ ਮਾਰੇ ਗਏ। ਪਰ ਉੱਥੇ ਤਾਂ ਜਿਵੇਂ ਇਹਨਾਂ ਨੇ ਕਿਹਾ ਵੀ ਤੱਥ ਲੁਕਾਉਣ ਦੀ ਗੱਲ ਜਿਹੜੀ ਹੈ ਉਹੀ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਕਿੰਨੇ ਵੱਡੇ ਪੈਮਾਨੇ ਤੇ ਇਹ ਨਸਲਕੁਸ਼ੀ ਹੋਈ। ਉਹਨਾਂ ਨੇ ਕਿਹਾ ਕਿ ਵੀ ਇਸ ਨੂੰ ਅਜੇ ਐਵੈਲੂਏਟ ਵੀ ਨਹੀਂ ਕੀਤਾ ਜਾ ਸਕਦਾ ਕਿ ਨੁਕਸਾਨ ਕਿੰਨਾ ਹੋਇਆ, ਕਿਉਂਕਿ ਜਦੋਂ ਅਸੀਂ ਸ਼ੁਰੂਆਤੀ ਦੌਰ 'ਚ ਦੇਖਦੇ ਹਾਂ ਵੀ ਈਵਨ ਗਵਰਨਮੈਂਟ ਆਫ ਇੰਡੀਆ ਨੇ ਦਿੱਲੀ ਦੇ ਵਿੱਚ ਵੀ ਫਿਗਰ ਜਿਹੜੀ ਹੈ 1000 ਜਾਂ 1500 ਮਰਿਆਂ ਦੀ ਦੇਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਬਾਅਦ 'ਚ 4000 ਤੱਕ ਆਫੀਸ਼ੀਅਲ ਫਿਗਰ ਪਹੁੰਚ ਗਈ ਜੀ। ਫਿਰ ਅਸੀਂ ਜਦੋਂ ਦੂਸਰੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਨਾਨ ਸਿੱਖ ਆਰਗੇਨਾਈਜੇਸ਼ਨਸ ਦਾ ਵੇਰਵਾ ਦੇਖਦੇ ਹਾਂ ਤਾਂ ਫਿਗਰ ਬਹੁਤ ਜ਼ਿਆਦਾ ਚਲੀ ਜਾਂਦੀ ਹੈ। ਔਰ ਹੁਣ ਜਦੋਂ ਸਿੱਖਸ ਫॉर ਜਸਟਿਸ ਨੇ ਆਪਣੇ ਸਾਧਨਾ ਰਾਹੀਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਸਿੱਖਾਂ ਨੂੰ ਕਲੇਮ ਦਿੱਤੇ ਗਏ ਉਹਨਾਂ ਦਾ ਵੇਰਵਾ ਸਾਹਮਣੇ ਲਿਆਂਦਾ, ਮੇਰੇ ਕੋਲ ਹੁਣ ਤੱਥ ਤਾਂ ਨਹੀਂ ਨੇ ਪਰ ਮੇਰਾ ਖਿਆਲ ਹੈ ਵੀ 35,000 ਦੇ ਕਰੀਬ ਜਿਹੜੇ ਕਲੇਮ ਨੇ ਡੈਮੇਜ ਦੇ ਅੱਡ-ਅੱਡ ਸਟੇਟਾਂ 'ਚ, 20 ਤੋਂ ਜ਼ਿਆਦਾ ਸਟੇਟਾਂ 'ਚੋਂ ਫਾਈਲ ਹੋਏ ਔਰ ਉਹਨਾਂ ਨੂੰ ਕਲੇਮ ਥੋੜ੍ਹੇ ਬਹੁਤ ਦਿੱਤੇ ਗਏ ਜੀ। ਸੋ ਜ਼ਾਹਰ ਹੈ ਕਿ ਜੇ 35,000 ਕਲੇਮ ਫਾਈਲ ਹੁੰਦੇ ਤੇ ਕਿੰਨੇ ਉਸ ਦੌਰ ਦੇ ਵਿੱਚ ਮਾਰੇ ਗਏ ਹੋਣਗੇ। ਕਲੇਮ ਜਿਹੜੇ ਭੀੜਾਂ ਆਈਆਂ ਉਹ ਸਿਰਫ ਲੁੱਟ ਕੇ ਤਾਂ ਨਹੀਂ ਚਲੀਆਂ ਗਈਆਂ ਜੀ। ਉਹਨਾਂ ਦਾ ਪਹਿਲਾ ਟਾਰਗੇਟ ਗੁਰਦੁਆਰੇ ਸੀ ਔਰ ਉਹਦੇ 'ਚ ਵੀ ਇੱਕ ਤਾਂ ਸਿੱਖਾਂ ਨੂੰ ਵੱਧ ਤੋਂ ਵੱਧ ਤਕਲੀਫ ਦੇਣੀ, ਦੂਸਰੀ ਉਹ ਸਮਝਦੇ ਸੀ ਵੀ ਸਿੱਖ ਜੇ ਸਾਂਝੇ ਤੌਰ ਤੇ ਲੜਾਈ ਦੇ ਸਕਦੇ ਨੇ ਤੇ ਉਹ ਗੁਰਦੁਆਰੇ 'ਚ ਇਕੱਠੇ ਹੋਣਗੇ, ਫਿਰ ਭੀੜ ਦਾ ਮੁਕਾਬਲਾ ਕਰਨਗੇ। ਸੋ ਉਹਨਾਂ ਨੇ ਪਹਿਲਾਂ ਤਾਂ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਤਾਂ ਕਿ ਇਕੱਲੇ ਘਰਾਂ 'ਚ ਉਹਨਾਂ ਦਾ ਜਾਣਾ ਸੌਖਾ ਹੋਏ। ਮਹੱਲਿਆਂ ਦੀ ਟਾਰਗੇਟਿੰਗ ਉਹਨਾਂ ਦੇ ਕੋਲ ਸੀਗੀ, ਵੋਟਿੰਗ ਲਿਸਟਾਂ ਸੀ, ਕੌਣ ਕਿੱਥੇ ਰਹਿੰਦਾ ਜੀ। ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਕਿੱਥੇ ਕਿਹਨਾਂ ਦੇ ਕੋਲ ਹਥਿਆਰ ਨੇ, ਉਹ ਲਿਸਟਾਂ ਵੀ
ਰਿਕਾਰਡ 'ਚੋਂ ਸੀ। ਇਸ ਲਈ ਜਿੱਥੇ ਹਥਿਆਰ ਵਾਲੇ ਸਿੱਖ ਰਹਿੰਦੇ ਸੀ ਜਿਨ੍ਹਾਂ ਨੇ ਸਵੈ ਰੱਖਿਆ ਲਈ ਲਾਇਸੈਂਸ ਲਏ ਹੋਏ ਸੀ, ਪੁਲਿਸ ਪਹਿਲਾਂ ਉਹਨਾਂ ਦੇ ਘਰਾਂ 'ਚ ਗਈ, ਉਹਨਾਂ ਨੇ ਉਹਨਾਂ ਤੋਂ ਹਥਿਆਰ ਲਏ ਕਿ ਜੀ ਅਸੀਂ ਇੱਥੇ ਹੈਗੇ ਹਾਂ ਔਰ ਅਸੀਂ ਨਹੀਂ ਚਾਹੁੰਦੇ ਕੋਈ ਦੰਗਾ ਫਸਾਦ ਹੋਏ ਤੇ ਅਸੀਂ ਤੁਹਾਡੇ ਹਥਿਆਰ ਸੁਰੱਖਿਅਤ ਰੱਖਾਂਗੇ ਔਰ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦੇਵਾਂਗੇ। ਹਥਿਆਰ ਲੈਣ ਤੋਂ ਬਾਅਦ ਉਹਨਾਂ ਨੇ ਭੀੜਾਂ ਨੂੰ ਉਧਰ ਭੇਜ ਦਿੱਤਾ ਕਿ ਜਾਓ ਭਾਈ ਇਹਨਾਂ ਦੇ ਕੋਲ ਨਹੀਂ ਹੈ ਜੀ। ਸੋ ਇਸ ਸਾਰੇ 'ਚ ਇਸ ਲਈ ਜਿਹੜੀਆਂ ਕਿਲਿੰਗਸ ਇਹਦੇ 'ਚ ਹੋਈਆਂ ਇੱਕ ਵੱਡਿਓਂ ਸਿੱਖਾਂ ਦੀਆਂ ਹੋਈਆਂ। ਇਹਨੂੰ ਜਦੋਂ ਇਹ ਡਿਬੇਟ ਦੀ ਸ਼ੁਰੂਆਤ ਹੀ ਸੀ ਕਿ ਵੀ ਇਹ ਨਸਲਕੁਸ਼ੀ ਹੈ ਕਿ ਨਹੀਂ ਹੈ, ਹਾਲਾਂਕਿ ਨਸਲਕੁਸ਼ੀ ਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਨੇ, ਲੇਕਿਨ ਜ਼ਾਹਰ ਹੈ ਵੀ ਇਹ ਵਿਉਂਤਬੰਦਕ ਸੀ, ਸਟ੍ਰੈਟੇਜਾਈਜ਼ ਕੀਤਾ, ਪਲੈਨਡ ਸੀ, ਇੱਕ ਧਿਰ ਨੇ ਕੀਤਾ ਔਰ ਇੱਕ ਧਿਰ ਦੇ ਹੀ ਬੰਦੇ ਮਾਰੇ ਗਏ ਜੀ। ਪਲੈਨਿੰਗ ਗਵਰਨਮੈਂਟ ਕਰਦੀ ਹੈ, ਵਰਕਰ ਲੀਡਰ ਕਾਂਗਰਸ ਦੇ ਨੇ, ਮਾਰੇ ਸਿੱਖ ਜਾਂਦੇ ਨੇ। ਸੋ ਇਸ ਸਾਰੇ ਦੇ ਥੱਲੇ ਇਸ ਨੂੰ ਦੰਗਿਆਂ ਦਾ ਨਾਂ ਦੇਣਾ ਪਹਿਲੇ ਦਿਨ ਤੋਂ ਹੀ ਉਹ ਜ਼ਾਹਰ ਸੀ ਕਿ ਉਹਨਾਂ ਦੀ ਮਨਸ਼ਾ ਕੀ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇਸ 29 ਸਾਲ ਦੇ ਪੀਰੀਅਡ 'ਚ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਕਿੰਨੀਆਂ ਅਲੱਗ-ਅਲੱਗ ਕਮੇਟੀਆਂ, ਆਹੂਜਾ ਕਮੇਟੀ, ਨਰੂਲਾ ਕਮੇਟੀ, ਫਲਾਣੀ ਕਮੇਟੀ, ਢਿਮਕੀ ਕਮੇਟੀ ਜੀ, ਉਹ ਤਾਂ ਸਾਰੇ ਹੀ ਜਿਹੜੇ ਸੀ ਉਹ ਐਵੀਡੈਂਸ ਨੂੰ ਖਤਮ ਕਰਨ ਲਈ ਸੀ। ਗਵਾਹ ਮਰਦੇ ਚਲੇ ਗਏ, ਬਹੁਤੇ ਕੇਸਾਂ 'ਚ ਤਾਂ FIR ਹੀ ਰਜਿਸਟਰ ਨਹੀਂ ਹੋਈਆਂ ਜੀ ਔਰ ਹੌਲੀ ਅੱਜ ਸਿਚੁਏਸ਼ਨ ਇੱਥੇ ਹੈ ਵੀ ਬਹੁਤ ਸਾਰੇ ਜਿਹੜੇ ਇਹ ਉਸ ਦੇ ਚਸ਼ਮਦੀਨ ਗਵਾਹ ਸੀ ਜਿਨ੍ਹਾਂ ਦੇ ਘਰ ਦੇ ਉਹਨਾਂ ਦੇ ਸਾਹਮਣੇ ਮਾਰੇ ਗਏ ਸੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ। ਅੱਛਾ, ਜਿਹੜੇ ਉਹਨਾਂ 'ਚੋਂ ਬਚਾ ਕੇ ਬਾਹਰ ਆਏ ਉਹਨਾਂ ਨੂੰ ਕਿੰਨਾ ਵਕਤ ਐਂਟਰਟੇਨ ਨਹੀਂ ਕੀਤਾ CBI ਨੇ। ਜਿਵੇਂ ਜਸਬੀਰ ਸਿੰਘ ਜਿਹੜਾ ਬਾਅਦ ਦੇ ਵਿੱਚ ਇੱਥੇ ਵਕੀਲ ਆਇਆ ਔਰ ਜਦੋਂ ਅਸੀਂ 2007 ਦੀ ਜਿਹੜੀ ਰਿਪੋਰਟਿੰਗ ਹੈ US ਐਮਬੈਸੀ ਦੇ ਰੈਕਰਡਸ ਜਿਹੜੀ ਕਿ ਵਿਕੀਲੀਕਸ ਰਾਹੀਂ ਬਾਹਰ ਆਈ, ਸੋ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿਵੇਂ CBI ਡਿਨਾਇਲ 'ਚ ਹੀ ਰਹੀ ਕਿ ਜੋ ਚਲਾ ਗਿਆ, ਭੱਜ ਗਿਆ, ਉਹਨੇ ਸਬੂਤ ਨਹੀਂ ਦਿੱਤਾ, ਉਹ ਗਵਾਹੀ ਦੇਣ ਲਈ ਤਿਆਰ ਨਹੀਂ। ਜਦੋਂ ਮੀਡੀਆ 'ਚ ਰੌਲਾ ਪਿਆ ਫਿਰ ਉਹਨਾਂ ਨੇ ਜਿਹੜਾ ਵੀਡੀਓ ਰਾਹੀਂ ਉਸ ਦੀ ਵਿਟਨੈਸ ਔਰ ਐਵੀਡੈਂਸ ਵੀ ਲਈ। ਲੇਕਿਨ ਇਹਦੇ ਬਾਵਜੂਦ ਕਿ ਇੱਕ ਤੋਂ ਬਾਅਦ ਦੂਸਰਾ ਕੋਰਟ ਜਿਹੜਾ ਹੈ ਉਸ ਦੀ ਸੁਣਵਾਈ ਕਰਦਾ ਹੈ, ਜਗਦੀਸ਼ ਟਾਈਟਲਰ, ਸਜਨ ਕੁਮਾਰ ਵਰਗੇ ਅੱਜ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਸੋ ਇਹ ਜਿਹੜੀ ਪਰਦਾਪੋਸ਼ੀ ਹੈ ਇਸ ਗੱਲ ਨੂੰ ਹੋਰ ਵੀ ਯਕੀਨੀ ਬਣਾਉਂਦੀ ਹੈ ਕਿ ਕਿਵੇਂ ਇਹ ਨਸਲਕੁਸ਼ੀ ਜਿਹੜੀ ਹੈ ਇੱਕ ਪਲੈਨਡ ਤਰੀਕੇ ਨਾਲ ਰੂਲਿੰਗ ਪਾਰਟੀ ਵੱਲੋਂ ਕੀਤੀ ਗਈ। ਫਿਰ ਇਹ ਨਹੀਂ ਹੈ ਵੀ ਇਕੱਲੀ ਕਾਂਗਰਸ ਉਸ ਸ਼ਾਮਲ ਹੈ। ਹੁਣ ਜੇ ਪੁੱਛਿਆ ਜਾਏ ਕਿ 29 ਸਾਲ ਦੇ ਸਮੇਂ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਰਹੀ ਹੈ, ਇੱਕ ਵਾਰੀ 13 ਦਿਨ ਰਹੀ ਹੈ, ਇੱਕ ਵਾਰੀ 13 ਮਹੀਨੇ ਰਹੀ, ਇੱਕ ਵਾਰੀ ਲਗਭਗ ਪੂਰੇ 5 ਸਾਲ ਰਹੀ ਹੈ। ਸੋ ਉਹਨਾਂ ਨੇ ਵੀ ਪਰਦਾਪੋਸ਼ੀ ਕੀਤੀ ਕਿਉਂਕਿ ਅਲਟੀਮੇਟਲੀ ਤਾਂ ਹਿੰਦੂ ਤਵੀਆਂ ਦਾ ਏਜੰਡਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੀ। ਫਿਰ ਜਿਹੜੀ ਗੱਲ ਉਹਨਾਂ ਨੇ ਇਸ ਦੇ ਨਾਲ ਹੀ ਕੀਤੀ ਔਰ ਇਹ ਉਹਨਾਂ ਨੇ ਬੜੀ ਫਿਲਸੂਫੀਕਲ ਗੱਲ ਕੀਤੀ ਹੈ ਜੀ ਕਿ ਜਿਹੜੇ ਰੂਹ ਦੇ ਉੱਤੇ ਲੱਗੇ ਜ਼ਖਮ ਨੇ ਉਹ ਭਰੇ ਨਹੀਂ ਜਾਂਦੇ। ਬਿਲਕੁਲ। ਔਰ ਮੈਨੂੰ ਆਪਣੇ ਬਚਪਨ ਦਾ ਕਿਸੇ ਫਿਲਾਸਫਰ ਦਾ ਜਿਹੜਾ ਕੋਟ ਹੈ ਪੰਜਾਬੀ 'ਚ ਯਾਦ ਹੈ ਕਿ ਤਲਵਾਰ ਦਾ ਜ਼ਖਮ ਤਾਂ ਮਿਟ ਸਕਦਾ ਹੈ ਪਰ ਜ਼ਬਾਨ ਦਾ ਨਹੀਂ, ਕਿਉਂਕਿ ਤਲਵਾਰ ਸਰੀਰ ਤੇ ਵਾਰ ਕਰਦੀ ਹੈ ਤੇ ਜ਼ਬਾਨ ਆਤਮਾ ਤੇ। ਹਾਲਾਂਕਿ ਇਹਦਾ ਇੱਕ ਡਿਫਰੈਂਟ ਕੰਟੈਕਸਟ ਸੀ ਜੀ। ਸੋ ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕ ਤਾਂ ਪੀੜ ਜਿਹੜੇ ਸਾਡੇ ਆਪਣੇ ਸੀ, ਮਾਂ ਪਿਓ ਭੈਣ ਭਰਾ, ਉਹਨਾਂ ਦੇ ਜਾਣਦੀ ਹੈ ਜਿਹੜੇ ਵੀ ਸਰਵਾਈਵਰ ਨੇ ਜੀ। ਹੁਣ ਉਹ ਜ਼ਾਹਰ ਹੈ ਕਿ ਕਿਹਨੇ ਕੀਤਾ, ਕਿਵੇਂ ਹੋਇਆ, ਨਾ ਤਾਂ ਕੋਈ ਦੋਸ਼ੀ ਕਟਹਿਰੇ 'ਚ ਖੜਾ ਹੈ ਔਰ ਜਿਵੇਂ ਸਿੱਖਾਂ ਨੂੰ ਟਾਰਗੇਟ ਕਰਕੇ ਕੌਮੀ ਪੀੜ ਦਿੱਤੀ ਗਈ, ਰੂਹ ਨੂੰ ਜ਼ਖਮ ਦਿੱਤਾ ਗਿਆ, ਗੁਰਦੁਆਰਿਆਂ ਦੇ ਉੱਤੇ ਅਟੈਕ ਸਿੱਖ ਦੀ ਰੂਹ ਤੇ ਅਟੈਕ ਹੈ, ਜਿਵੇਂ ਹਰਮੰਦਰ ਸਾਹਿਬ ਤੇ ਹਮਲਾ ਹੈ, ਉਹ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਜੀ ਜੀ। ਅਸੀਂ ਜੰਗਾਂ ਦੇ ਵਿੱਚ ਉਹ ਤਾਂ ਅੰਗਰੇਜ਼ਾਂ ਦੇ ਕਹਿਣ ਤੇ ਮਰਸਨਰੀ ਬਣ ਕੇ 90 ਹਜ਼ਾਰ ਸਿੱਖ ਵਰਲਡ ਵਾਰ ਫਸਟ ਜਾਂ ਦੂਜੇ 'ਚ ਮਰੇ ਨੇ, ਦੂਸਰੇ ਤੱਕ ਪਹੁੰਚਦੇ ਆ ਫਿਰ ਤਿਆਰ ਹੁੰਦੇ ਸੀ ਭਰਤੀ ਹੋਣ ਲਈ। ਸੋ ਉਹ ਇੱਕ ਡਿਫਰੈਂਟ ਕਹਾਣੀ ਹੈ, ਮਰਨਾ ਔਰ ਕਿਸ ਤਰੀਕੇ ਨਾਲ ਕਿਵੇਂ ਤੁਹਾਡੇ ਪ੍ਰਾਣਾਂ ਤੋਂ ਪਿਆਰੇ ਗੁਰਦੁਆਰਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲਿਆ ਕੇ ਸੜਕਾਂ ਤੇ ਰੱਖ ਕੇ ਉਹਨੂੰ ਜਿਹੜਾ ਕਿਵੇਂ ਉਸ ਦਾ ਅਪਮਾਨ ਕੀਤਾ ਜਾਂਦਾ ਰਿਹਾ, ਕੀਤਾ ਗਿਆ, ਉਹ ਵੱਧ ਤੋਂ ਵੱਧ ਪੀੜ ਦੇਣ ਵਾਲਾ ਸੀ। ਫਿਰ ਸਿੱਖ ਬੀਬੀਆਂ ਦੇ ਨਾਲ ਜੋ ਸਲੂਕ ਹੋਇਆ, ਕਿਵੇਂ ਗੈਂਗ ਰੇਪ ਹੋਏ, ਕਿਵੇਂ ਉਹਨਾਂ ਨੂੰ ਜਿਹੜਾ ਹੈ ਉਹ ਜ਼ਲੀਲ ਕੀਤਾ ਗਿਆ, ਕਿਵੇਂ ਪਿਓ ਧੀ ਭੈਣ ਮਾਂ ਸਾਰੇ ਜਿਹੜੇ ਫਰਕ ਨੇ ਉਹ ਮਿਟਾ ਦਿੱਤੇ ਗਏ ਜ਼ਲੀਲ ਕਰਨ ਦੇ ਲਈ। ਸੋ ਇਹ ਸਾਰਾ ਜਿਹੜਾ ਪਾਰਟ ਹੈ ਔਰ ਉਹਦੇ 'ਚ ਉਹਨਾਂ ਨੇ ਸਿੱਖ ਜਥੇਬੰਦੀਆਂ ਜਿਹਦੇ 'ਚ ਉਹਨਾਂ ਨੇ ਸਾਨੂੰ ਵੀ ਟ੍ਰਿਬਿਊਟ ਦਿੱਤੀ ਹੈ ਕਿ ਸੱਚੋ ਸੱਚ ਇੱਕ ਇਮਾਨਦਾਰੀ ਦਾ ਪਲੇਟਫਾਰਮ ਹੈ,
ਸਿੱਖ ਫॉर ਜਸਟਿਸ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਕਾਨੂੰਨੀ ਲੜਾਈ ਲੜ ਰਹੇ ਨੇ, ਵਾਕਈ ਉਹ ਡਿਜ਼ਰਵ ਕਰਦੇ ਨੇ ਜੀ ਜੀ। ਔਰ ਉਹਨਾਂ ਨੇ ਸਿੱਖ ਇਮਾਨਦਾਰ ਜਥੇਬੰਦੀਆਂ ਦੀ ਗੱਲ ਕੀਤੀ ਕਿ ਜਿਹੜੀਆਂ ਜਥੇਬੰਦੀਆਂ ਜਸਟਿਸ ਦੇ ਲਈ ਔਰ ਆਪਣੇ ਕੌਮੀ ਘਰ ਦੇ ਲਈ ਇਮਾਨਦਾਰੀ ਨਾਲ ਯਤਨ ਤਰੱਦਦ ਕਰ ਰਹੀਆਂ ਨੇ ਜੀ। ਔਰ ਉਹਨਾਂ ਨੇ ਅਖੀਰ ਦੇ ਵਿੱਚ ਪੈਗਾਮ ਦੀ ਗੱਲ ਕੀਤੀ ਕਿ ਸਾਨੂੰ ਕਦੇ ਵੀ ਇਸ ਨੂੰ ਭੁੱਲਣਾ ਨਹੀਂ ਚਾਹੀਦਾ ਜੀ। ਔਰ ਦੂਸਰੀ ਗੱਲ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ, ਫਿਲਸਫੀਕਲ ਉਹਨਾਂ ਦੇ ਸ਼ਬਦ ਨੇ ਕਿ ਸਾਨੂੰ ਸਿਰਫ ਆਸ ਤੇ ਨਹੀਂ ਬੈਠੇ ਰਹਿਣਾ ਚਾਹੀਦਾ, ਯਕੀਨ ਹੋਣਾ ਚਾਹੀਦਾ। ਇੱਕ ਹੋਪ ਹੈ, ਵਿਸ਼ਫੁਲ ਥਿੰਕਿੰਗ ਹੈ ਕਿ ਇਵੇਂ ਹੋ ਜਾਏ, ਇਵੇਂ ਹੋ ਜਾਏਗਾ, ਖਾਲਿਸਤਾਨ ਬਣ ਜਾਏ ਜੀ। ਪਤਾ ਨਹੀਂ ਬਣੇਗਾ ਕਿ ਨਹੀਂ ਬਣੇਗਾ, ਪਰ ਬਣ ਜਾਏ ਤੇ ਬਹੁਤ ਚੰਗਾ ਹੈ। ਇੱਕ ਯਕੀਨ ਹੈ, ਜਦੋਂ ਤੁਸੀਂ ਯਕੀਨ ਦੀ ਗੱਲ ਕਰਦੇ ਹੋ, ਫੇਥ ਦੀ ਗੱਲ ਕਰਦੇ ਹੋ, ਫਿਰ ਉਹ ਮੱਚ ਡੂੰਘਾ, ਬਹੁਤ ਡੂੰਘਾ ਤੁਹਾਡੇ ਅੰਦਰ ਉਤਰਦਾ ਔਰ ਤੁਸੀਂ ਆਪਣੇ ਫਰਜ਼ ਨੂੰ ਵੀ ਸਮਝਦੇ ਹੋ ਕਿ ਉਸ ਯਕੀਨ ਦੇ ਵਿੱਚ ਤੁਹਾਡਾ ਵੀ ਕੋਈ ਰੋਲ ਹੈ। ਔਰ ਅਖੀਰ ਜਦੋਂ ਤੁਹਾਡਾ ਯਕੀਨ ਹੁੰਦਾ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਔਰ ਅਸੀਂ ਆਪਣੇ ਪਿਆਰਿਆਂ ਦੇ ਸਨਮੁਖ ਸੁਰਖਰੂ ਵੀ ਹੋਵਾਂਗੇ ਔਰ ਖਾਲਿਸਤਾਨ ਵੀ ਸਾਡਾ ਆਪਣਾ ਮੁਲਕ ਹੋਏਗਾ ਤਾਂ ਕਿ ਇਹੋ ਜਿਹੀਆਂ ਨਸਲਕੁਸ਼ੀਆਂ ਦੁਬਾਰਾ ਨਾ ਵਾਪਰਨ। ਔਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਲੌਂਗ ਲਿਵ ਖਾਲਿਸਤਾਨ ਇਸ ਈਮੇਲ ਨੂੰ ਕਨਕਲੂਡ ਕੀਤਾ। ਸੋ ਅਸੀਂ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਹਨਾਂ ਦੀਆਂ ਵੈਸੇ ਹੋਰ ਵੀ ਲਿਖਤਾਂ ਜਿਹੜੇ ਵੀ YouTube ਅਪਲੋਡ ਹੁੰਦੀਆਂ ਨੇ ਸੱਚੋ ਸੱਚ ਦੀਆਂ, ਉਸ ਦੇ ਥੱਲੇ ਜਿਹੜੇ ਨੇ ਇਹਨਾਂ ਨੇ ਕਈ ਵਾਰੀ ਬੜੇ ਭਰਪੂਰ 4-5 ਡਿਫਰੈਂਟ ਤਰੀਕੇ ਦੇ ਜਿਹੜੇ ਨੇ ਕਾਮੈਂਟ, ਜਿਹੜੀ ਕਿ ਕੰਟੀਨਿਊ ਹੁੰਦੀ ਹੈ, ਇੱਕੋ ਹੀ ਈਮੇਲ ਦੀ ਕੰਟੀਨਿਊਟੀ ਹੁੰਦੀ ਹੈ, ਪਰ ਕਿਉਂਕਿ ਸਰਟਨ ਵਰਡਸ ਹੀ YouTube ਵਾਲੇ ਲੈਂਦੇ ਨੇ, ਸੋ ਇਸ ਤੇ ਵੀ ਉਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਕਾਮੈਂਟ ਹੁੰਦੇ ਨੇ ਜੀ। ਇਹ ਕਾਫੀ ਵਕਤ ਜਿਹੜਾ ਹੈ ਸਿੱਖ ਮਸਲਿਆਂ ਨੂੰ ਸਮਝਣ ਔਰ ਉਸ ਬਾਰੇ ਆਪਣਾ ਕਾਮੈਂਟ ਕਰਨ ਤੇ ਗੁਜ਼ਾਰਦੇ ਨੇ, ਜਿਹੜੇ ਮੇਰਾ ਖਿਆਲ ਹੈ ਸਾਡੇ ਵੀ ਬਹੁਤ ਸਾਰੇ ਜਿਹੜੇ ਨੇ ਇਹੀ ਕਾਰਨ ਹੈ ਕਿ ਉਹ ਹੁਣ ਇਸ ਇਸ਼ੂ ਦੀ, ਸਿੱਖ ਜਜ਼ਬਿਆਂ ਦੀ, ਸਿੱਖ ਭਾਵਨਾਵਾਂ ਦੀ, ਸਿੱਖ ਇਤਿਹਾਸ ਦੀ, ਸਿੱਖ ਸਾਈਕੋ ਹਿਸਟਰੀ ਦੀ, ਇਸ ਸਭ ਦੀ ਅਹਿਮੀਅਤ ਨੂੰ ਸਾਡੇ ਆਪਣੇ ਬਹੁਤ ਸਾਰਿਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਰਿਆਜ਼ ਘੁੰਮਣ ਜੀ ਦਾ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣਾ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।